ਆਪਣਾ ਜੀ ਸਾਡੇ ਕੋਲ ਅੱਜ ਗੁਜਰਾਂਵਾਲਾ ਪੰਜਾਬ ਦੇ ਇੱਕ ਕਿਸਾਨ ਮੌਜੂਦ ਨੇ ਤੇ ਨੌਜਵਾਨ ਕਿਸਾਨ ਨੇ ਬੜਾ ਕਹਿ ਲੋ ਕਿ ਦਿਲ ਜਮੀ ਤੇ ਖੁਸ਼ੀ ਦੇ ਨਾਲ ਆਪਣਾ ਕਾਸ਼ਤਕਾਰੀ ਵਾਲੇ ਨਾਲ ਰੁਝਾਨ ਕੀਤਾ ਸੀ। ਤੇ ਇਸ ਤੋਂ ਪਹਿਲੇ ਇਹ ਸਲਾਹ ਸੀ ਕਿ ਅਸੀਂ ਜਿਹੜਾ ਨਾ ਆਪਣਾ ਵਰਕ ਪਰਮਿਟ ਕੋਈ ਲਵਾ ਕੇ ਤੇ ਮੈਂ ਬਾਹਰ ਚਲਾ ਜਾਣਾ। ਲੇਕਿਨ ਪਿਛਲੇ ਕੁਝ ਸੀਜ਼ਨ ਕਹਿ ਲੋ ਕਿ ਚਾਵਲ ਦੀ ਫਸਲ ਜਿਹੜੀ ਹੈ ਨਾ ਬੜੀ ਅੱਛੇ ਦਾਮੋਂ ਵਿਕੀ ਹੈ। ਤੇ ਉਸ ਵਜ੍ਹਾ ਤੋਂ ਇਹਨੇ ਕੋਈ ਆਪਣੇ ਦੋਸਤ ਕੋਈ ਅਹਿਬਾਬ ਜਿਹੜੇ ਸਨ ਉਹਨਾਂ ਕੋਲ ਪੁੱਛਿਆ ਮਸ਼ਵਰਾ ਲੈ ਕੇ ਤੇ ਕਾਸ਼ਤਕਾਰੀ ਦੇ ਵਿੱਚ ਜਿਹੜਾ ਨਾ ਇਹਨੇ ਇਨਵੈਸਟਮੈਂਟ ਕੀਤੀ। ਇਹਨੇ ਪਹਿਲੇ ਸਾਲ ਹੀ ਜਿਹੜੀ ਹੈ ਨਾ 10 ਏਕੜ ਜ਼ਮੀਨ ਲਈ ਸੀ ਠੇਕੇ ਤੇ। ਔਰ ਉਹ ਜ਼ਮੀਨ ਲੈ ਕੇ ਜਿਹੜਾ ਨਾ ਇਹਨੇ ਪਹਿਲੀ ਦਫਾ ਹੀ ਕਾਸ਼ਤਕਾਰੀ ਕੀਤੀ ਹੈ ਤੇ ਇਹਦੇ ਨਾਲ ਉਹ ਹਿਸਾਬ ਹੋ ਗਿਆ ਜਨਾਬ ਕਿ ਪਹਿਲਾ ਹੀ ਵਾਹ ਤੇ ਪਹਿਲਾ ਹੀ ਫਾ। ਤੇ ਆਓ ਇਹਦੇ ਨਾਲ ਅਸੀਂ ਗੱਲ ਕਰਨੇ ਆ ਕਿ ਕੀ ਇਹਦੇ ਨਾਲ ਮਾਮਲਾ ਬਣਿਆ। ਜੀ ਜਨਾਬ, ਤੁਸੀਂ ਕਾਸ਼ਤਕਾਰੀ ਕੀਤੀ ਹੈ ਤੇ ਕੀ ਤੁਹਾਡਾ ਮਤਲਬ ਕਿ ਮਾਮਲਾਤ ਰਹੇ ਨੇ ਗੰਦਮ ਦੀ ਕਾਸ਼ਤਕਾਰੀ? ਸਰ ਮੇਰੇ ਕੋਲ ਜਿੰਨੀ ਮੈਂ ਜਮ੍ਹਾਂ ਪੂੰਜੀ ਕੀਤੀ ਸੀ ਨਾ, ਤਕਰੀਬਨ ਪਿਛਲੇ 3 ਸਾਲ ਤੋਂ ਜਿੰਨੀ ਵੀ ਕੀਤੀ ਸੀ, ਮੈਂ ਸੋਚਿਆ ਦੋਸਤ ਸੀ ਇੱਕ, ਉਹਨੇ ਕਾਫੀ ਜ਼ਿਆਦਾ ਅਰਨ ਕੀਤਾ ਫਸਲ ਤੋਂ। ਮੈਂ ਕਿਹਾ ਮੈਂ ਵੀ ਕਰ ਲੈਣਾ ਵਾ। ਮੈਂ ਬਾਹਰ ਜਾਣ ਦੀ ਸਲਾਹ ਸੀ ਲੇਕਿਨ ਨਹੀਂ ਗਿਆ। ਠੀਕ ਹੈ। ਮੈਂ 10 ਏਕੜ ਠੇਕੇ ਤੇ ਲਈ। ਠੇਕਾ ਤਕਰੀਬਨ ਮੈਨੂੰ 6 ਮਾਹ ਦਾ 65,000 ਪੈਂਦਾ ਹੈ। ਮੈਂ ਸਾਰਾ ਕੁਝ ਲਿਖਿਆ। ਠੀਕ ਹੈ ਜੀ। ਖਰਚਾ ਜਿਹੜਾ ਫੀ ਏਕੜ 75,000 ਰੁਪਇਆ, ਮਤਲਬ ਕਿ 6 ਮਾਹ ਦਾ। ਡੀਜ਼ਲ ਵੀ ਬੜਾ ਮਹਿੰਗਾ, ਡੀਜ਼ਲ ਵੀ ਮਹਿੰਗਾ, ਡੀਏਪੀ ਵੀ ਮਹਿੰਗੀ ਸੀ। ਡੀਏਪੀ ਤਾਂ ਬਹੁਤ ਮਹਿੰਗੀ, ਬੜੀ ਔਖੀ ਲਈ ਹੈ। ਹਾਂ ਡੀਏਪੀ ਤੇ ਲੱਭਦੀ ਵੀ ਨਹੀਂ ਸੀ ਹੈ ਖਾਦ ਤੇ। ਯੂਰੀਆ ਜਿਹੜੀ ਹੈ, ਯੂਰੀਆ ਸਮਝ ਲਓ ਕਿ ਜਿਵੇਂ ਚੋਰਾਂ ਨਹੀਂ ਡੱਕੀ ਹੁੰਦੀ, ਉਸ ਤਰ੍ਹਾਂ ਡੱਕੀ ਸੀ ਇਹਨਾਂ ਨੇ। ਚੋਰੀ ਕਰਕੇ ਲੈਣੀ ਪੈਂਦੀ ਸੀ ਇੱਕ ਹਿਸਾਬ ਦੀ। 5,000 6,000 ਰੇਟ ਵੀ ਵਿੱਚ ਗਿਆ ਯੂਰੀਆ ਦਾ। ਬੜੇ ਮਹਿੰਗੇ ਰੇਟ ਹੋ ਗਏ ਸੀ। ਹਾਂ, ਇੰਡੀਆ ਦਾ ਹਿਸਾਬ ਲਾ ਲਈਏ ਨਾ ਤੇ ਇੰਡੀਆ 'ਚ 2300-2200 ਰੁਪਏ ਦਾ, ਇਸ ਤੋਂ ਵੀ ਬਲਕਿ ਆਸਾਨ ਹੋ ਗਿਆ। ਸਰ 65,000 ਦੀ ਤਕਰੀਬਨ 75,000 ਦੀ ਮੇਰੀ ਫਸਲ ਵਿਕੀ ਹੈ ਫੀ ਏਕੜ। ਤੇ ਖਰਚਾ ਤੁਹਾਡਾ ਕਿੰਨਾ ਆ ਗਿਆ ਠੇਕਾ ਪਾ ਕੇ ਫੀ ਏਕੜ? 1,40,000 ਰੁਪਇਆ। ਤੁਹਾਨੂੰ ਤੇ ਪੱਲਿਓਂ ਪੈਸੇ ਪੈ ਗਏ ਜੀ। ਹਾਂਜੀ ਸਰ, ਇਹ ਸਾਰਾ ਕੁਝ ਮੈਂ ਲਿਖਿਆ, ਹਿਸਾਬ ਕੀਤਾ। 65,000 ਰੁਪਇਆ ਫੀ ਏਕੜ ਮੈਨੂੰ ਨੁਕਸਾਨ ਹੋ ਗਿਆ। ਮੈਂ ਤਾਂ ਤਕਰੀਬਨ ਸਮਝ ਲਓ ਕਿ ਕਿਤੇ ਜਾਣ ਜੋਗਾ ਵੀ ਨਹੀਂ ਰਿਹਾ ਤੇ ਕੁਝ ਕਰਨ ਜੋਗਾ ਵੀ ਨਹੀਂ ਰਿਹਾ। ਮਤਲਬ ਕਿ ਤੁਹਾਡੀ ਜਿਹੜੀ ਜਮ੍ਹਾਂ ਪੂੰਜੀ ਸੀ ਸਾਰੀ ਲੱਗ ਗਈ ਇੱਧਰ ਹੀ? ਸਾਰੀ ਲੱਗ ਗਈ ਹੈ। ਤੇ ਹੁਣ ਤੁਹਾਡਾ ਮਤਲਬ ਕਿ ਬਾਹਰ ਜਾਣ ਵਾਲਾ ਵੀ ਹੁਣ ਉਹ ਕੰਮ ਜਿਹੜਾ ਨਾ ਉਹ ਵੀ ਵਿੱਚ ਹੀ ਰਹਿ ਗਿਆ? ਹਾਂਜੀ, ਮੈਂ ਤਾਂ ਸਰ ਹੁਣ ਘਰ ਕੁਝ ਦੇਣ ਜੋਗਾ ਵੀ ਨਹੀਂ ਹੈ। ਫਰਜ਼ ਕਰੋ ਕਿ 6 ਮਾਹ ਕਿੰਜ ਗੁਜ਼ਾਰਨੇ ਨੇ ਅਗਲੇ, ਕੋਈ ਪਤਾ ਨਹੀਂ। ਕੋਈ ਪਤਾ ਨਹੀਂ। ਫਸਲ ਲਾਉਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਬਚੇ। ਯਾਨੀ ਕਿ ਨਾ ਤਾਂ ਤੁਹਾਡੇ ਕੋਲ ਮੁੰਜੀ ਦੀ ਫਸਲ ਅੱਗੋਂ ਕਾਸ਼ਤ ਕਰਨ ਦੇ ਪੈਸੇ ਨੇ ਤੇ ਨਾ ਹੀ ਘਰ ਦਾ ਚੁੱਲ੍ਹਾ ਜਲਾਉਣ ਜੋਗੀ ਤੁਹਾਡੇ ਕੋਲ ਕੋਈ ਸਕਤ ਰਹੀ ਹੈ? ਨਹੀਂ, ਕੁਝ ਵੀ ਨਹੀਂ ਹੈ। ਹੁਣ ਆੜਤੀਆਂ ਕੋਲ ਉਧਾਰ ਮੰਗਨੇ ਆ ਪਏ ਲੇਕਿਨ ਕੋਈ ਵੀ ਨਹੀਂ ਦੇ ਰਿਹਾ। ਆੜਤੀ ਵੀ ਕਿੰਜ ਉਧਾਰ ਦੇਣਗੇ? ਵੇਖੋ ਜੀ, ਨਾ ਤੇ ਉਹਨਾਂ ਦੇ ਚੌਲ ਵਿਕੇ ਨੇ, ਨਾ ਉਹਨਾਂ ਦੀ ਕਣਕ ਵਿਕਦੀ ਪਈ। ਉਹਨਾਂ ਕੋਲ ਪੈਸਾ ਆਏਗਾ ਤੇ ਕੋਈ ਦੇਗਾ ਨਾ। ਸਰ ਅਸੀਂ ਕਿੱਥੇ ਜਾਈਏ, ਅਸੀਂ ਕਿੱਥੇ ਜਾਈਏ, ਸਾਨੂੰ ਦੱਸੋ ਨਾ। ਯਾਨੀ ਕਿ ਤੁਸੀਂ ਵੀ ਬੇਬਸ ਹੋ ਗਏ ਹੋ। ਹਾਂਜੀ, ਮੇਰੀ ਆਪਣਾ ਹਕੂਮਤੇ ਪੰਜਾਬ ਨਾਲ ਗੁਜ਼ਾਰਿਸ਼ ਹੈ ਕਿ ਇਸ ਤਰ੍ਹਾਂ ਦੇ ਸਿਰਫ ਇਹ ਇੱਕ ਕਿਸਾਨ ਬੜੀ ਆਪਣਾ ਕਿ ਖੁਸ਼ੀ ਦੇ ਨਾਲ ਇਸ ਸ਼ੋਬੇ ਦੇ ਵਬਸਤਾ ਹੋਏ ਹਨ। ਲੇਕਿਨ ਉਹਨਾਂ ਦਾ ਹਾਲਾਤ ਤੁਸੀਂ ਜੋ ਕਰ ਦਿੱਤਾ, ਉਹ ਆਇੰਦਾ ਨਾ ਤੇ ਕਾਸ਼ਤਕਾਰੀ ਕਰਨਾ ਚਾਹੁੰਦੇ ਨੇ ਬਲਕਿ ਉਹ ਤੇ ਕੋਈ ਰਾਹ ਲੱਭਦੇ ਨੇ ਪਏ ਕਿ ਸਾਨੂੰ ਇੱਥੋਂ ਕੋਈ ਸੇਫ ਐਗਜ਼ਿਟ ਮਿਲ ਜੇ, ਯਾਨੀ ਸਾਡੀ ਇਸ ਤੋਂ ਜਾਨ ਛੁੱਟ ਜੇ, ਅਸੀਂ ਜਾਨ ਛੁਡਾ ਕੇ ਕਦੀ ਇੱਧਰ ਨੂੰ ਰਜੂ ਹੀ ਨਾ ਕਰੀਏ। ਅੱਲਾ ਦੇ ਬੰਦਿਓ, ਤੁਸੀਂ ਕੋਈ ਨਾ ਆਪਣਾ ਐਕਸਪੋਰਟ ਪਾਲਿਸੀ ਬਣਾਓ, ਕੋਈ ਚੀਜ਼ਾਂ ਐਕਸਪੋਰਟ ਕਰੋ ਤਾਂ ਕਿ ਇਹ ਵਿਚਾਰੇ ਮਾਸੂਮ ਲੋਕ ਜਿਹੜੇ ਨੇ ਇਹਨਾਂ ਦਾ ਕੋਈ ਭਲਾ ਹੋ ਸਕੇ, ਇਹਨਾਂ ਦੀ ਚੀਜ਼ ਜਿਹੜੀ ਵਿਕੇ, ਉਹ ਇਹਨਾਂ ਦੇ ਦਾਮ ਇਹਨਾਂ ਨੂੰ ਮਿਲਣ, ਮਕੂਲ ਦਾਮ ਇਹਨਾਂ ਨੂੰ ਮਿਲਣ ਔਰ ਆਪਣਾ ਜਿਹੜਾ ਨਾ ਕੋਈ ਮਾਮਲਾਤ ਬਿਹਤਰ ਕਰਨ ਔਰ ਇਹਨਾਂ ਦੇ ਦਿਲ ਜੋਈ ਹੋਏ ਇਸ ਸ਼ੋਬੇ ਦੇ ਵਿੱਚ।